ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਚੈਨਲ ਜਿਹੜਾ ਚੱਲ ਰਿਹਾ ਗੁਰਮਤਿ ਸੰਵਾਦ ਦਾ ਔਰ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਵੱਲੋਂ ਉਹਦੇ ਵਿੱਚ ਸਾਰੇ ਦੇਖਣ ਵਾਲਿਆਂ ਦਾ ਅਤੀ ਧੰਨਵਾਦੀ ਹਾਂ, ਕਿਉਂਕਿ ਉਹ ਸਾਨੂੰ ਸਬਸਕ੍ਰਾਈਬ ਕਰ ਰਹੇ ਆ ਔਰ ਰੈਗੂਲਰਲੀ ਦੇਖ ਰਹੇ ਆ। ਸਾਡਾ ਪ੍ਰਕਰਨ ਚੱਲ ਰਿਹਾ ਆਨੰਦ ਸੰਸਕਾਰ ਬਾਰੇ ਔਰ ਉਹਦੇ ਵਿੱਚ ਅੱਜ ਅਸੀਂ ਤੀਜਾ ਆਨੰਦ ਸੰਸਕਾਰ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਮੇਰੇ ਨਾਲ ਭਾਈ ਜਸਵੀਰ ਸਿੰਘ ਜੀ ਵੈਨਕੂਵਰ ਤੋਂ ਜੁਆਇਨ ਕਰ ਰਹੇ ਆ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀਆਂ ਜਿਹੜੀਆਂ ਪ੍ਰੀਵੀਅਸ ਪਹਿਲੇ ਦੀਆਂ ਬੜੀਆਂ ਵੀਡੀਓਜ਼ ਹੈਗੀਆਂ ਉਹਦੇ ਵਿੱਚ ਸਾਨੂੰ ਕੁਝ ਦਰਸ਼ਕਾਂ ਨੇ ਕੁਐਸਚਨ ਭੇਜੇ ਆ ਜਿਹੜੇ ਉਹਦੇ ਵਿੱਚੋਂ ਪੈਦਾ ਹੋਏ ਆ। ਮੈਂ ਉਹਨਾਂ ਬਾਰੇ ਪਹਿਲੇ ਗੱਲ ਕਰਨਾ ਚਾਹਾਂਗਾ। ਪਹਿਲਾ ਕੁਐਸਚਨ ਭਾਈ ਸਾਹਿਬ ਸਾਡੇ ਕੋਲ ਜਿਹੜਾ ਆਇਆ ਉਹਦੇ ਬਾਰੇ ਡਿਸਕਸ ਕਰੀਏ ਕਿ ਅਸੀਂ ਪਿਛਲੀ ਵਾਰੀ ਕਿਹਾ ਸੀ ਕਿ ਗੁਰਦੁਆਰਿਆਂ ਵਿੱਚ ਡੈਕੋਰੇਸ਼ਨ ਕੀਤੀ ਜਾਂਦੀ ਆ। ਸੋ ਉਹ ਜਿਹੜੀ ਡੈਕੋਰੇਸ਼ਨ ਹੈ ਉਹਦੇ ਬਾਰੇ ਉਹਨਾਂ ਕਿਹਾ ਜੀ ਸਾਡਾ ਤੇ ਵਿਆਹ ਪਹਿਲੀ ਵਾਰੀ ਹੋ ਰਿਹਾ, ਇੱਕ ਵਾਰੀ ਅਸੀਂ ਕਰਨਾ ਹੁੰਦਾ, ਅਸੀਂ ਕਿਉਂ ਨਾ ਇਹ ਡੈਕੋਰੇਸ਼ਨ ਕਰੀਏ, ਅਸੀਂ ਇਹ ਜ਼ੋਰ ਦੀ ਚੰਗੀ ਤਰੀਕੇ ਨਾਲ ਕਰੀਏ। ਸੋ ਅਸੀਂ ਕਹਿੰਦੇ ਹਾਂ ਕਿ ਸਾਦਗੀ ਵੱਲ ਜਾਈਏ। ਸੋ ਇਹਦੇ ਬਾਰੇ ਥੋੜ੍ਹਾ ਜਿਹਾ ਹੋਰ ਖੋਲ ਕੇ ਦੱਸੋ ਕਿ ਹਾਂਜੀ ਕੀ ਕਰਨਾ ਚਾਹੀਦਾ, ਸਾਦਗੀ ਕਿਉਂ ਸਾਨੂੰ ਹੈ ਤੇ ਕਿਸ ਤਰੀਕੇ ਨਾਲ ਗੁਰਦੁਆਰਿਆਂ 'ਚ ਹੋਣੀ ਚਾਹੀਦੀ ਹੈ। ਦੇਖੋ, ਜਿਹੜੇ ਇੱਥੋਂ ਦੇ ਜਿਹੜੇ ਵੈਸਟਰਨ ਕੰਟਰੀਆਂ 'ਚ ਜਾਂ ਕੁਝ ਹੋਰ ਬਾਹਰਲੀਆਂ ਕੰਟਰੀਆਂ ਵਿੱਚ ਵੀ ਇਹ ਇੱਕ ਚੰਗਾ ਰੁਝਾਨ ਆ ਕਿ ਜਿਹੜੇ ਆਨੰਦ ਆ ਇਹ ਗੁਰਦੁਆਰਾ ਸਾਹਿਬਾਨ ਵਿੱਚ ਹੋ ਰਹੇ ਆ। ਇੱਕ ਚੰਗੀ ਪ੍ਰਪਾਰਟੀ ਆ, ਕਿਉਂਕਿ ਇੰਡੀਆ ਵਿੱਚ ਜਿਹੜਾ ਅੱਜ ਦੇਖ ਰਹੇ ਹਾਂ, ਖਾਸ ਤੌਰ 'ਤੇ ਪੰਜਾਬ ਵਿੱਚ, ਈਵਨ ਪੰਜਾਬ ਤੋਂ ਬਾਹਰ ਵੀ, ਕਿ ਗੁਰਦੁਆਰਾ ਸਾਹਿਬ ਵਿਖੇ ਜਦੋਂ ਆਨੰਦ ਦਾ ਸਮਾਂ ਆਉਂਦਾ ਤਾਂ ਕੇਵਲ ਜਿਹੜੇ ਕੁਝ ਪਰਿਵਾਰ ਆ ਉਹ ਪਰਿਵਾਰ ਹੀ ਗੁਰਦੁਆਰਾ ਸਾਹਿਬ ਜਾਂਦੇ ਆ, ਬਾਕੀ ਸੰਗਤਾਂ ਜਿਹੜੀਆਂ ਉਹ ਹਾਲਾਂ ਵਿੱਚ ਹੀ ਬੈਠੀਆਂ ਰਹਿੰਦੀਆਂ। ਤੋ ਇੱਕ ਕਾਫੀ ਜਿਹੜਾ ਇੰਝ ਆਖੀਏ ਜਿਹੜਾ ਉੱਥੇ ਢਾਂਚਾ ਆਨੰਦ ਦਾ ਬਿਲਕੁਲ ਹੀ ਜਿਹੜਾ ਉਹ ਵਿਗੜ ਚੁੱਕਾ। ਇੱਥੇ ਇੱਕ ਚੰਗਾ ਰੁਝਾਨ ਆ ਕਿ ਸੋ ਫਾਰ ਗੁਰਦੁਆਰਾ ਸਾਹਿਬਾਨ ਵਿੱਚ ਹੀ ਇਹ ਆਨੰਦ ਸੰਸਕਾਰ ਹੋ ਰਿਹਾ। ਪਰ ਦੂਜੇ ਪਾਸੇ ਇਹ ਦੇਖਣ ਸਮਝਣ ਦੀ ਲੋੜ ਆ ਕਿ ਗੁਰਦੁਆਰੇ ਸਾਡੇ ਜੀਵਨ ਜਾਚ ਦੇ ਸੋਮੇ ਆ। ਇੱਥੋਂ ਅਸੀਂ ਸਿੱਖੀ ਦੀ ਜਿਹੜੀ ਜੀਵਨ ਜੁਗਤ ਆ ਉਹ ਸਮਝਣੀ ਆ, ਇੱਥੋਂ ਅਸੀਂ ਉਹ ਟ੍ਰੇਨਿੰਗ ਲੈਣੀ ਆ। ਇੱਥੇ ਉਹ ਸਾਡੇ ਟ੍ਰੇਨਿੰਗ ਦੇ ਵੀ ਸੈਂਟਰ ਸੀ, ਸੋਮੇ ਸੀ। ਔਰ ਦੂਜੀ ਗੱਲ ਜਿਹੜੀ ਇਹ ਆ ਕਿ ਜਿਹੜਾ ਬੱਚੇ ਕਹਿੰਦੇ ਆ, ਸ਼ਾਇਦ ਮੇਰਾ ਖਿਆਲ ਬੱਚਿਆਂ ਦਾ ਸਵਾਲ ਨਹੀਂ ਹੋਊਗਾ, ਕਿਉਂਕਿ ਜਿਹੜੀ ਇਹੋ ਜਿਹੀ ਪ੍ਰਦਰਸ਼ਨੀ ਆ ਉਹ ਜ਼ਿਆਦਾਤਰ ਜਿਹੜੇ ਸਾਡੀ ਸ਼੍ਰੇਣੀ ਆ, ਬਜ਼ੁਰਗ ਸ਼੍ਰੇਣੀ ਜਿਹੜੇ ਆ, ਮਾਪੇ ਆ, ਉਹ ਚਾਹੁੰਦੇ ਆ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਉਹ ਇਹੋ ਜਿਹੇ ਸਮੇਂ 'ਤੇ ਆਪਾਂ ਧੂਮ-ਧਾਮ ਨਾਲ, ਧੂਮ ਧੜੱਕੇ ਨਾਲ ਵਿਆਹ ਕਰੀਏ। ਔਰ ਤੁਸੀਂ ਦੇਖੋ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਕਦੀ ਵੀ ਇਹੋ ਜਿਹੇ ਧੂਮ ਧੜੱਕੇ ਨਾਲ ਵਿਆਹ ਕਰਨੇ ਪਸੰਦ ਨਹੀਂ ਕਰੂਗੀ। ਇੱਕ ਸੱਜਣ ਨੇ ਕਹਿ ਰਹੇ, ਇਸ ਸੰਬੰਧੀ ਮੇਰੇ ਨਾਲ ਵੀ ਗੱਲ ਹੋਈ ਸੀ, ਉਹਨਾਂ ਨੇ ਖਲਸਾ ਪ੍ਰਗਟਾਇਆ ਸੀਗਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਜਿਹੜੇ ਬੱਚੇ ਆ ਉਹ ਫਿਰ ਗੁਰਦੁਆਰਾ ਸਾਹਿਬ ਆਨੰਦ ਕਰਾਉਣਾ ਜਿਹੜਾ ਉਹ ਮੁਨਾਸਬ ਸਮਝਣ ਹੀ ਨਾ, ਕਿ ਜੇਕਰ ਅਸੀਂ ਕੁਝ ਜ਼ਿਆਦਾ ਉਹਨਾਂ 'ਤੇ ਪਾਬੰਦੀਆਂ ਲਾ ਦਿੱਤੀਆਂ। ਦੇਖੋ, ਗੱਲ ਇਹ ਹੈ ਕਿ ਜਿਹੜੀਆਂ ਗੁਰਦੁਆਰਾ ਸਾਹਿਬਾਨ ਦਾ ਜੋ ਸਾਨੂੰ ਉੱਥੋਂ ਸਾਨੂੰ ਸਿੱਖਿਆ ਮਿਲਦੀ ਆ, ਸੇਧ ਮਿਲਦੀ ਆ, ਸਾਨੂੰ ਉਹਦੇ ਉੱਤੇ ਤਾਂ ਬੜੀ ਅਡੋਲਤਾ ਨਾਲ, ਦ੍ਰਿੜਤਾ ਨਾਲ ਪਹਿਰਾ ਦੇਣ ਦੀ ਲੋੜ ਆ। ਬੱਚੇ ਇਸ ਕਰਕੇ ਜ਼ਰੂਰ ਹਟਣਗੇ ਕਿ ਜਿਸ ਤਰ੍ਹਾਂ ਨਾਲ ਅਸੀਂ ਸਿਸਟਮ ਬਣਾਏ ਜਾ ਰਹੇ ਹਾਂ, ਵੱਧ ਤੋਂ ਵੱਧ ਅਸੀਂ ਪੈਸੇ ਖਰਚ ਕਰ ਰਹੇ ਹਾਂ ਜਿਨ੍ਹਾਂ ਦੀ ਕੋਈ ਲੋੜ ਨਹੀਂ, ਤਾਂ ਬੱਚੇ ਜ਼ਰੂਰ ਇਸ ਤੋਂ ਸੰਕੋਚ ਕਰਨਗੇ। ਠੀਕ ਹੈ ਨਾ ਕਿ ਇਸ ਕਰਕੇ ਬੱਚੇ ਸੰਕੋਚ ਨਹੀਂ ਕਰਨਗੇ ਕਿ ਸਾਨੂੰ ਉੱਥੇ ਡੈਕੋਰੇਸ਼ਨ ਨਹੀਂ ਕਰਨ ਦਿੱਤੀ ਗਈ। ਹਾਂ, ਜੇਕਰ ਚਾਅ ਪੂਰਾ ਕਰਨਾ ਤਾਂ ਘਰਾਂ ਵਿੱਚ ਕੀਤਾ ਜਾ ਸਕਦਾ। ਗੁਰਦੁਆਰਿਆਂ ਵਿੱਚ ਸਾਨੂੰ ਉਹ ਕਦਮ ਉਠਾਉਣ ਤੋਂ ਜ਼ਰੂਰ ਸੰਕੋਚ ਕਰਨਾ ਚਾਹੀਦਾ ਜਿਹੜੇ ਕਦਮ ਉਠਾਉਣ ਨਾਲ ਦੂਜੇ ਵੀ ਪ੍ਰਭਾਵਿਤ ਹੋਣ, ਔਰ ਦੂਜਿਆਂ ਦੇ ਪ੍ਰਭਾਵਿਤ ਹੋਣ ਨਾਲ ਉਹਨਾਂ ਦੇ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆ ਆਉਣ। ਹਾਂ, ਜੇਕਰ ਅਸੀਂ ਚਾਹੁੰਦੇ ਹਾਂ ਕਿ ਮੰਨ ਲਓ ਗੁਰਦੁਆਰਾ ਸਾਹਿਬ ਅਸੀਂ ਵੱਧ ਤੋਂ ਵੱਧ ਅਜਿਹੀ ਕੋਈ ਡੈਕੋਰੇਸ਼ਨ ਕਰਨ ਦੇ ਚਾਹਵਾਨ ਆ, ਤਾਂ ਸਾਨੂੰ ਚਾਹੀਦਾ ਕਿ ਇਹੋ ਜਿਹੀ ਡੈਕੋਰੇਸ਼ਨ ਨਾ ਕਰੀਏ ਕਿ ਜਿਹੜੀ ਸਾਨੂੰ ਉਸੇ ਦਿਨ ਜਿਹੜੀ ਆ ਉਹ ਲਾਉਣੀ ਪਵੇ, ਬਲਕਿ ਅਸੀਂ ਗੁਰਦੁਆਰਾ ਸਾਹਿਬ ਅਜਿਹਾ ਪ੍ਰਬੰਧ ਕਰ ਜਾਈਏ ਕਿ ਜਿਹੜੀਆਂ ਹੋਰ ਵੀ ਸੰਗਤਾਂ, ਹੋਰ ਵੀ ਜਿਹੜੇ ਪਰਿਵਾਰ ਆ ਉਹ ਵੀ ਉਸ ਨੂੰ ਲਾਭ ਉਠਾ ਸਕਣ।
ਪਰਮਾਨੈਂਟ ਡੈਕੋਰੇਸ਼ਨ ਕੋਈ ਐਸੀ ਕੋਈ ਐਸਾ ਕਰ ਦੇਣ ਪ੍ਰਬੰਧ ਕਿ ਜਿਹਦੇ ਨਾਲ ਜਿਹੜੇ ਬਾਕੀ ਪਰਿਵਾਰ ਆ ਉਹਨਾਂ ਨੂੰ ਵੀ ਲਾਭ ਜਿਹੜਾ ਉਠਾਉਣ ਦਾ ਮੌਕਾ ਮਿਲੇ। ਔਰ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਅਸੀਂ ਗੁਰਦੁਆਰਾ ਸਾਹਿਬ ਬਲੇਸਿੰਗ ਲਈ ਜਾਂਦੇ ਆ, ਅਸੀਂ ਉੱਥੇ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਜਾਂਦੇ ਆ, ਤਾਂ ਅਸੀਂ ਉੱਥੇ ਆਪਣੀ ਪ੍ਰਦਰਸ਼ਨੀ ਕਰਨ ਲਈ ਨਹੀਂ ਜਾਂਦੇ ਕਿ ਸਾਡੇ ਪਾਸ ਜਿਹੜਾ ਇਹਨਾਂ ਧਨ ਦੌਲਤ ਅਸੀਂ ਆਹ ਕਰ ਸਕਦੇ ਆ, ਇਹਨਾਂ ਖਰਚ ਕਰ ਸਕਦੇ ਆ। ਅਸੀਂ ਤਾਂ ਸੰਗੋਂ ਉੱਥੇ ਹਲੀਮੀ ਨਾਲ ਜਾਣਾ, ਅਸੀਂ ਕੁਝ ਸਿੱਖਣ ਜਾਣਾ, ਕੁਝ ਸਮਝਣ ਜਾਣਾ, ਕੁਝ ਲੈਣ ਜਾਣਾ। ਔਰ ਇਸ ਦੇ ਨਾਲ ਨਾਲ ਅਸੀਂ ਦੂਜਿਆਂ ਲਈ ਵੀ ਜਿਹੜੇ ਆ ਆਪਣੇ ਇਸ ਉਠਾਏ ਹੋਏ ਕਦਮ ਰਾਹੀਂ ਪੂਰਨੇ ਪਾਉਣੇ ਹੁੰਦੇ ਆ। ਜੇਕਰ ਅਸੀਂ ਇਹ ਧਿਆਨ ਨਹੀਂ ਦੇਵਾਂਗੇ, ਇਹ ਠੀਕ ਆ ਕਿ ਇੱਥੇ ਘਰਾਂ ਦੀ ਥਾਂ, ਹਾਲਾਂ ਦੀ ਥਾਂ ਗੁਰਦੁਆਰਾ ਸਾਹਿਬਾਨ ਵਿੱਚ ਆਨੰਦ ਹੋ ਰਿਹਾ, ਚੰਗੀ ਗੱਲ ਆ। ਪਰ ਜੇਕਰ ਜਿਸ ਤਰ੍ਹਾਂ ਅਸੀਂ ਜਿਸ ਤੌਰ ਤੁਰ ਰਹੇ ਆ, ਜਿਹੜਾ ਸਿਸਟਮ ਜਿਹੜਾ ਹਾਲਾਂ ਵੀ ਸੀ, ਘਰਾਂ ਵੀ ਸੀ, ਜੇ ਅਸੀਂ ਉਹੀ ਸਿਸਟਮ ਗੁਰਦੁਆਰਿਆਂ ਵਿੱਚ ਲੈ ਆਂਦਾ ਤੇ ਫਰਕ ਕੀ ਰਹੂਗਾ। ਤਾਂ ਜ਼ਰੂਰ ਜਿਹੜੇ ਬੱਚੇ ਉਹ ਸੰਕੋਚ ਕਰਨਗੇ, ਇਸ ਗੱਲ ਨੂੰ ਜ਼ਰੂਰ ਕਰਨਗੇ। ਔਰ ਯਕੀਨ ਜਾਣੋ ਕਿ ਆਉਣ ਵਾਲੇ ਸਮੇਂ ਜਿੰਨੀ ਫਜ਼ੂਲ ਖਰਚੀ ਅਸੀਂ ਵਿਆਹ 'ਚ ਕਰਦੇ ਹਾਂ, ਬੱਚੇ ਇਹਦੇ ਬਿਲਕੁਲ ਨਹੀਂ ਕਰਨਗੇ, ਸੰਕੋਚ ਕਰਨਗੇ। ਇਹ ਜਿਹੜਾ ਤੁਸੀਂ ਉਹ 10-15 ਸਾਲਾਂ ਬਾਅਦ ਦੇਖਿਓ ਉਹਦੇ ਨਤੀਜੇ ਆਉਣੇ ਸ਼ੁਰੂ ਹੋ ਜਾਣੇ ਆ। ਠੀਕ ਜੀ। ਅਗਲਾ ਕੁਐਸਚਨ ਸਾਡੇ ਕੋਲ ਆਇਆ ਕਿ ਜੇ ਪਰਿਕਰਮਾ ਅਸੀਂ ਬੜੇ ਤਰੀਕੇ ਨਾਲ ਦੱਸੀ ਕਿ ਪਰਿਕਰਮਾ ਪਹਿਲੇ ਨਹੀਂ ਸੀ ਹੁੰਦੀ, ਫਿਰ 1855 ਸ਼ੁਰੂ ਹੋ ਗਈ ਜੀ। ਜੇ ਹੁਣ ਵੀ ਪਰਿਕਰਮਾ ਨਾ ਕੀਤੀ ਜਾਏ ਤਾਂ ਕੀ ਵਿਆਹ ਸੰਪੰਨ ਨਹੀਂ ਹੋਏਗਾ? ਦੇਖੋ ਅਸੀਂ ਇਹ ਗੱਲ ਮੈਂ ਕਿਹਾ ਕੀਤੀ ਵੀ ਨਹੀਂ ਕਿ ਵਿਆਹ ਸੰਪੰਨ ਨਹੀਂ ਹੁੰਦਾ। ਹਾਂਜੀ। ਅਸੀਂ ਇਹ ਗੱਲ ਜਿਹੜੀ ਹੈ ਜ਼ਰੂਰ ਮੈਂ ਕਿਹਾ ਕੀਤੀ ਸੀ ਉਹਦੇ ਵਿੱਚ ਕਿ ਜਿਹੜਾ ਸਾਡੇ ਵੀ ਸਾਡਾ ਜਿਹੜਾ ਕੋਡ ਆਫ ਕੰਡਕਟ ਆ, ਸਾਡੀ ਰਹਿਤ ਮਰਿਆਦਾ, ਉਹਦੇ ਵਿੱਚ ਉਹਨਾਂ ਨੇ ਇੱਕ ਸਿਸਟਮ ਦੱਸਿਆ ਵੀ ਅਸੀਂ ਇਸ ਤਰ੍ਹਾਂ ਨਾਲ ਜਿਹੜਾ ਉਹ ਆਨੰਦ ਕਰਨਾ। ਠੀਕ। ਇਹ ਕਿ ਸਾਡੇ ਡਿਸਪਲਿਨ ਦਾ ਅੰਗ ਆ। ਇਹ ਜਥੇਬੰਦਕ ਢਾਂਚੇ ਦਾ ਕੋਈ ਨਾ ਰੂਪ ਦੇਣਾ ਪੈਂਦਾ। ਇਹਦਾ ਇਹ ਭਾਵ ਨਹੀਂ ਕਿ ਬਹੁਤ ਸਾਰੇ ਲੋਕੀ ਜਿਹੜੇ ਆ ਉਹ ਅਜੇ ਵੀ ਜਿਹੜੇ ਉਹ ਬੈਠੇ ਰਹਿੰਦੇ ਆ, ਉਹ ਪਰਿਕਰਮਾ ਨਹੀਂ ਕਰਦੇ। ਪਰ ਅਸੀਂ ਇਹ ਨਹੀਂ ਕੋਈ ਕਹਿੰਦਾ ਕਿ ਤੁਹਾਡਾ ਵਿਆਹ ਜਿਹੜਾ ਇਹ ਠੀਕ ਮਰਿਆਦਾ ਅਨੁਸਾਰ ਨਹੀਂ ਹੋਇਆ, ਇਸ ਲਈ ਇਹਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ, ਐਸਾ ਨਹੀਂ ਆਖਿਆ ਜਾਂਦਾ। ਅਸੀਂ ਜਿਹੜੀ ਗੱਲ ਕਰ ਰਹੇ ਸੀ ਕਿ ਜਿਹੜਾ ਤੁਸੀਂ ਸਵਾਲ ਉਠਾਇਆ ਸੀਗਾ ਕਿ ਭਿੰਨਤਾ ਕਿਉਂ ਆ, ਕਿਤੇ ਜਿਹੜੇ ਆ ਉਹ ਵਿਆਹੰਦਰ ਜੋੜਾ ਬੈਠਾ ਰਹਿੰਦਾ, ਕਿਤੇ ਉਹ ਤਿੰਨ ਪਰਿਕਰਮਾ ਜਿਹੜੀਆਂ ਉਹ ਪਰਿਕਰਮਾ ਕਰਨ ਮਗਰੋਂ ਉਹ ਖੜੇ ਹੋ ਕੇ ਲਾਵਾਂ ਸੁਣਦੇ ਆ, ਕਿਤੇ ਉਹ ਬੈਠੇ ਰਹਿੰਦੇ ਆ। ਅਸੀਂ ਉਸ ਪ੍ਰਸੰਗ ਵਿੱਚ ਇਹ ਗੱਲ ਕਰ ਰਹੇ ਸੀ ਕਿ ਜੇਕਰ ਅਸੀਂ ਰਹਿਤ ਮਰਿਆਦਾ ਨੂੰ ਦੇਖੀਏ ਤੇ ਉਹਦੇ ਵਿੱਚ ਲਿਖਿਆ ਹੋਇਆ ਕਿ ਇਸ ਤਰ੍ਹਾਂ ਲਾਵਾਂ ਦਾ ਪਾਠ ਖੜੇ ਹੋ ਕੇ ਸੁਣਨਾ, ਫਿਰ ਪਰਿਕਰਮਾ ਕਰਨੀ ਆ। ਪਰ ਬਹੁਤ ਥਾਈਂ ਜਿਹੜੇ ਆ ਉਹ ਬੈਠੇ ਰਹਿੰਦੇ ਆ। ਹੁਣ ਕਿਹਾ ਜਿਵੇਂ ਜਿਵੇਂ ਪ੍ਰਚਾਰ ਹੋ ਰਿਹਾ, ਕਿਉਂਕਿ ਕਿਸੇ ਵੀ ਜਥੇਬੰਦਕ ਢਾਂਚੇ ਵਿੱਚ ਜਿਹੜਾ ਇਹ ਪੱਖ ਆ ਡਿਸਪਲਿਨ ਵਾਲਾ, ਇਹਨੂੰ ਕਈ ਵਾਰਾਂ ਸਦੀਆਂ ਲੱਗ ਜਾਂਦੀਆਂ। ਠੀਕ। ਤੇ ਇਸ ਲਈ ਸਾਡੇ ਦੇਖਦੇ ਇਵਨ ਇੱਥੇ ਵੈਨਕੂਵਰ ਵਿੱਚ ਵੀ ਜਿਹੜੇ ਪਹਿਲਾਂ ਜਿਹੜੇ ਬਜ਼ੁਰਗ ਆਏ ਆ, ਜਿਨ੍ਹਾਂ ਦੇ ਇੱਥੇ ਆਨੰਦ ਹੋਇਆ, ਉਹਨਾਂ ਦੇ ਬੈਠੇ ਹੋਏ ਆ। ਪਰ ਜਿਵੇਂ ਜਿਵੇਂ ਹੁਣ ਪ੍ਰਚਾਰ ਹੋ ਰਿਹਾ, ਲੋਕਾਂ ਵਿੱਚ ਜਾਗਰੂਕਤਾ ਆ ਰਹੀ ਆ, ਲੋਕੀ ਇਸ ਚੀਜ਼ ਨੂੰ ਦੇਖ ਰਹੇ ਆ, ਸਮਝ ਰਹੇ ਆ, ਤਾਂ ਉਹ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਘੱਟੋ ਘੱਟ ਇਹ ਜਿਹੜਾ ਪਾਕਾ ਇਹਨੂੰ ਇਸ ਰੂਪ ਵਿੱਚ ਅਪਣਾ ਲਈਏ। ਤਾਂ ਅਸੀਂ ਫਿਰ ਦੁਹਰਾ ਰਹੇ ਹਾਂ ਕਿ ਇਹ ਸਾਡੇ ਡਿਸਪਲਿਨ ਦਾ ਅੰਗ ਆ। ਤਾਂ ਇਸ ਦਾ ਬਿਲਕੁਲ ਭਾਵ ਨਹੀਂ ਕਿ ਜੇਕਰ ਕੋਈ ਬੈਠਾ ਰਿਹਾ ਤਾਂ ਉਹਦਾ ਵਿਆਹ ਜਿਹੜਾ ਉਹ ਵਿਆਹ ਨਹੀਂ ਮੰਨਿਆ ਜਾਊਗਾ। ਐਸੀ ਬਿਲਕੁਲ ਜਿਹੜੀ ਆ ਉਹ ਸਾਡੇ ਵਿੱਚ ਐਸੀ ਭਾਵਨਾ ਨਹੀਂ, ਬਲਕਿ ਇੱਕ ਡਿਸਪਲਿਨ ਨੂੰ ਧਿਆਨ ਵੀ ਰੱਖਦੇ ਹੋਇਆ ਐਸਾ ਸਿਸਟਮ ਅਪਣਾਇਆ ਹੋਇਆ। ਤਾਂ ਉਸ ਪੱਖੋਂ ਹੀ ਜਿਹੜੀ ਉਹ ਅਪੀਲ ਕੀਤੀ ਸੀ ਕਿ ਸਾਨੂੰ ਇਹਨਾਂ ਗੱਲਾਂ ਨੂੰ ਧਿਆਨ ਵੀ ਰੱਖਣ ਦੀ ਲੋੜ ਆ। ਜੀ। ਅੱਛਾ, ਅਗਲਾ ਇੱਕ ਕੁਐਸਚਨ ਆਇਆ ਸਾਡੇ ਕੋਲ ਕਿ ਅਕਸਰ ਜਦੋਂ ਲੜਕਾ ਆਉਂਦਾ ਉਹਦੇ ਹੱਥ 'ਚ ਕਿਰਪਾਨ ਹੁੰਦੀ ਆ। ਇਹ ਤਾਂ ਕਈ ਵਾਰੀ ਚਲੋ ਲਿਖਿਆ ਗਿਆ ਕਿ ਜਿਹੜਾ ਸਾਡੇ ਖੰਡੇ ਬਾਟੇ ਦੀ ਪੋਲ ਲਿੱਤੀ ਹੋਵੇ ਉਹਨਾਂ ਦਾ ਹੀ ਵਿਆਹ ਇਸ ਮਰਿਆਦਾ 'ਚ ਹੁੰਦਾ। ਪਰ ਹੁਣ ਜਦੋਂ ਨਹੀਂ ਹੁੰਦਾ ਤੇ ਫਿਰ ਵੀ ਕਿਰਪਾਨ ਲੈ ਕੇ ਆਉਂਦੇ ਆ। ਹੁਣ ਉਸ ਕਿਰਪਾਨ ਦਾ ਕੀ ਸਿਗਨੀਫੀਕੈਂਸ ਹੈ ਔਰ ਕੀ ਲਿਆਣਾ ਇਹ ਜ਼ਰੂਰੀ ਹੈ ਕਿ ਉਸਦੇ ਹੱਥ ਵਿੱਚ ਕਿਰਪਾਨ ਜ਼ਰੂਰ ਹੋਵੇ? ਦੇਖੋ, ਜਿਹੜੀਆਂ ਆਪਾਂ ਗੱਲ ਕੀਤੀ ਸੀ ਪਹਿਲਾਂ ਵੀ, ਸ਼ਾਇਦ ਦੂਜਾ ਐਪੀਸੋਡ ਸੀਗਾ ਕਿ ਵਿਆਹ ਵਿੱਚ ਜਿਹੜੀਆਂ 3 ਰੀਤਾਂ ਦੇਖਣ ਨੂੰ ਆਉਂਦੀਆਂ, ਕੁਲ ਰੀਤ, ਲੋਕ ਰੀਤ ਅਤੇ ਧਾਰਮਿਕ ਰੀਤ। ਹਾਂਜੀ, ਅਸੀਂ ਕੀਤੀ ਹੈ ਗੱਲ ਇਸ ਬਾਰੇ। ਹਾਂਜੀ। ਤੇ ਇਹ ਜਿਹੜੀ ਕਿਰਪਾਨ ਫੜ ਕੇ ਆਉਣ ਦੀ ਗੱਲ ਆ, ਇਹ ਸਾਡੇ ਵਿੱਚ ਹੀ ਨਹੀਂ, ਈਵਨ ਹਿੰਦੂਆਂ ਵਿੱਚ ਵੀ ਕਈ ਥਾਂ ਜਿਹੜੀ ਆ ਉਹ ਪ੍ਰਚਲਿਤ ਆ, ਸਾਰੀਆਂ ਥਾਵਾਂ ਤੇ ਨਹੀਂ, ਪਰ ਕੁਝ ਸੂਬਿਆਂ ਵਿੱਚ, ਈਵਨ ਪੰਜਾਬ ਵਿੱਚ ਨਾਲ ਲੱਗਦੇ ਜਿਹੜੇ ਸੂਬੇ ਉਹਨਾਂ ਵਿੱਚ ਵੀ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ, ਰਾਜਪੂਤਾਨੇ ਵਿੱਚ ਮਿਲੂਗਾ
ਕਿ ਜਿਹੜਾ ਲੜਕਾ ਉਹਦੇ ਹੱਥ ਵਿੱਚ ਤਲਵਾਰ ਉਹਨਾਂ ਫੜੀ ਹੁੰਦੀ ਆ। ਇਹ ਪੁਰਾਣੇ ਸਮੇਂ ਜਦੋਂ ਵਿਆਹ ਕਰਨ ਜਾਂਦੇ ਸੀ, ਅਕਸਰ ਜਿਹੜੇ ਆ ਉਹ ਲੁਟੇਰੇ ਜਿਹੜੇ ਆ ਉਹ ਲੁੱਟ ਲਿਆ ਕਰਦੇ ਸੀ। ਕਈ ਵਾਰਾਂ ਜਿਹੜੀ ਉਹ ਨਵ-ਵਿਆਹੀ ਬੱਚੀ ਆ ਉਹਦਾ ਗਹਿਣਾ ਗੱਟਾ ਨਹੀਂ ਬਲਕਿ ਉਹਨੂੰ ਵੀ ਚੁੱਕ ਕੇ ਲੈ ਜਾਂਦੇ ਸੀ। ਤੋ ਉਸ ਸਮੇਂ ਜਨੇਤ ਜਿਹੜੀ ਆ ਉਹਨਾਂ ਪਾਸ ਵੀ ਹਥਿਆਰ ਹੁੰਦੇ ਸੀਗੇ। ਤੋ ਜਿਹੜਾ ਬਰਖੁਰਦਾਰ ਆ ਉਹਦੇ ਕੋਲ ਵੀ ਤਲਵਾਰ ਹੁੰਦੀ ਸੀ। ਉਸ ਸਮੇਂ ਇਹ ਜ਼ਰੂਰੀ ਸੀਗਾ ਇਹ ਸਵੈ ਰੱਖਿਆ ਲਈ, ਇਹ ਸਿੱਖਾਂ ਵਿੱਚ ਨਹੀਂ ਬਲਕਿ ਦੂਜਿਆਂ ਵਿੱਚ ਵੀ ਸੀ। ਤੋ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ ਕਿਰਪਾਨ ਜਿਹੜੀ ਆ ਸਾਡੇ 5 ਕਕਾਰਾਂ ਵਿੱਚੋਂ ਇੱਕ ਕਕਾਰ ਆ, ਪਰ ਜਿਹੜੀ ਅੱਜ ਦੀ ਗੱਲ ਜਿਹੜੀ ਆ ਉਹ ਜਿਹੜੀ ਸਥਿਤੀ ਐਸੀ ਸਥਿਤੀ ਨਹੀਂ ਕਿ ਕੋਈ ਲੁਟੇਰਾ ਆ ਕੇ ਲੁੱਟ ਜਾਊਗਾ ਜਾਂ ਉੱਥੇ ਸਵੈ ਰੱਖਿਆ ਦੀ ਕੋਈ ਸਮੱਸਿਆ ਸਾਨੂੰ ਆ ਰਹੀ ਆ। ਪਰ ਕਿਉਂਕਿ ਉਹ ਜਿਹੜੀ ਪੁਰਾਣੀ ਤੁਰੀ ਆ ਰਹੀ ਰੀਤ ਆ, ਉਹੀ ਰੀਤ ਜਿਹੜੀ ਆ ਇਸੇ ਰੂਪ ਵਿੱਚ ਇਸ ਨੂੰ ਇਸ ਲਈ ਰਹਿਤ ਮਰਿਆਦਾ ਵਿੱਚ ਇਹਦਾ ਕੋਈ ਜ਼ਿਕਰ ਨਹੀਂ। ਤੁਸੀਂ ਸਿੱਖ ਰਹਿਤ ਮਰਿਆਦਾ ਪੜ੍ਹੋਗੇ, ਉਹਦੇ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਹੋਇਆ ਕਿ ਜਿਹੜੀ ਆ ਵਿਆਹੁੰਦੜ ਬੱਚਾ ਜਿਹੜਾ ਬਰਖੁਰਦਾਰ ਆ ਉਹਦੇ ਕੋਲ ਜਿਹੜੀ ਆ ਉਹ ਕਿਰਪਾਨ ਹੋਵੇ ਤਾਂ ਹੀ ਉਹ ਵਿਆਹ ਲਈ ਜਾ ਸਕਦਾ, ਤਾਂ ਹੀ ਜਿਹੜੀ ਉਹਦੀਆਂ ਲਾਵਾਂ ਹੋ ਸਕਦੀਆਂ। ਐਸਾ ਸਿੱਖ ਮਰਿਆਦਾ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਹੋਇਆ, ਬਲਕਿ ਕਿਸੇ ਵਿੱਚ ਵੀ ਸਾਡੇ ਹੋਰ ਵੀ ਕਿਤੇ ਵਿੰਗੇ ਟੇਢੇ ਢੰਗ ਨਾਲ ਵੀ ਇਸ ਗੱਲ ਦਾ ਤੁਹਾਨੂੰ ਜ਼ਿਕਰ ਨਹੀਂ ਮਿਲੂਗਾ ਕਿ ਜਿਹੜਾ ਬੱਚਾ ਵਿਆਹੁਣ ਜਾ ਰਿਹਾ ਜੇਕਰ ਉਹਦੇ ਹੱਥ ਵਿੱਚ ਕਿਰਪਾਨ ਨਹੀਂ ਤਾਂ ਉਹਦੀਆਂ ਲਾਵਾਂ ਨਹੀਂ ਹੋ ਸਕਦੀਆਂ। ਤੋ ਇਸ ਲਈ ਉਹ ਜਿਹੜੀ ਪੁਰਾਣੀ ਰੀਤ ਆ, ਔਰ ਇਸ ਤੋਂ ਇਲਾਵਾ ਕੀਆਂ ਵੀ ਸੀਗਾ ਕਿ ਉਹ ਲੋਹਾ ਜਿਹੜਾ ਖਾਸ ਤੌਰ ਤੇ ਮੰਨਦੇ ਆ ਕਿ ਜਿਹੜੀਆਂ ਇਹਦੀਆਂ ਬਲਾਵਾਂ ਜਿਹੜੀਆਂ ਬਦਰੂਆਂ ਉਹ ਇਸ ਤੋਂ ਦੂਰ ਰਹਿੰਦੀਆਂ, ਨੇੜੇ ਨਹੀਂ ਆਉਂਦੀਆਂ। ਤੋ ਕਈਆਂ ਵਿੱਚ ਇਹ ਵਹਿਮ ਪ੍ਰਸਤੀ ਦਾ ਵੀ ਕਾਰਨ ਸੀ। ਇਸ ਵਹਿਮ ਕਾਰਨ ਵੀ ਤੁਸੀਂ ਆਮ ਦੇਖੋਗੇ ਇਹ ਛੋਟੇ ਬੱਚੇ ਹੁੰਦੇ ਨਾ, ਉਹਨਾਂ ਦੇ ਸਿਰਹਾਣੇ ਚਾਕੂ, ਛੋਟੀ ਕਿਰਪਾਨ ਜਾਂ ਹੋਰ ਕੋਈ ਚੀਜ਼ ਇਹ ਜੋ ਵੀ ਮਾਵਾਂ ਰੱਖ ਦਿੰਦੀਆਂ। ਉਹਦਾ ਕਾਰਨ ਹੈ ਉਹਨਾਂ ਦਾ ਵਿਸ਼ਵਾਸ ਆ ਕਿ ਇਸ ਨਾਲ ਜਿਹੜੀਆਂ ਬਦਰੂਹਾਂ ਉਹ ਉਹਨਾਂ ਬੱਚਿਆਂ ਦੇ ਨੇੜੇ ਨਹੀਂ ਆਉਂਦੀਆਂ। ਤੋ ਕਈਆਂ ਵਿੱਚ ਇਹ ਭਾਵਨਾ ਵੀ ਸੀ ਸਹਿਜੇ ਸੱਜੇ ਕਿਰਪਾਨ ਦਾ ਰੂਪ ਧਾਰਨ ਕਰ ਗਈ, ਪਰ ਮੁੱਖ ਰੂਪ ਜਿਹੜਾ ਇਹਦਾ ਸੀਗਾ ਉਹ ਸਵੈ ਰੱਖਿਆ ਦਾ ਸੀਗਾ, ਬਚਾਓ ਪੱਖ ਦਾ ਸੀਗਾ। ਹੋਰ ਇਹਦਾ ਕੋਈ ਜਿਹੜਾ ਸਾਡੇ ਵਿੱਚ ਘੱਟੋ ਘੱਟ ਸਾਡੇ ਵਿੱਚ ਐਸਾ ਕੋਈ ਵਿਸ਼ਵਾਸ ਨਹੀਂ। ਜੇ ਤੁਸੀਂ ਗੱਲ ਕੀਤੀ ਆ ਕਿ ਠੀਕ ਆ ਕਿ ਮੇਰਾ ਜਿਹੜੇ ਬੱਚੇ ਆ, ਇਵਨ ਸਾਡੇ ਆਪਣੇ ਸਿੱਖ ਪਰਿਵਾਰਾਂ ਦੇ ਬੱਚੇ ਆ, ਉਹਨਾਂ ਨੂੰ ਕਿਰਪਾਨ ਜਿਹੜੀ ਆ ਉਹ ਜ਼ਰੂਰ ਫੜਾਈ ਹੁੰਦੀ, ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿਰਪਾਨ ਕਿਹੜੇ ਪਾਸੋਂ ਫੜੀ ਦੀ ਆ। ਤੋ ਚੰਗਾ ਹੈ ਜੇ ਫੜਾਉਣੀ ਹੈ ਤੇ ਘੱਟੋ ਘੱਟ ਉਹਨੂੰ ਦੱਸਿਆ ਜਾਏ ਕਿ ਭਾਈ ਕਿਰਪਾਨ ਜਿਹੜੀ ਆ ਉਹ ਇੰਜ ਫੜੀ ਦੀ ਆ। ਉੱਥੇ ਵੀ ਤੇਰੇ ਉਹ ਕਨਫਿਊਜ਼ ਹੋ ਜਾਂਦੇ ਆ, ਖਾਸ ਤੌਰ ਤੇ ਕਿਵੇਂ ਜਦੋਂ ਲਾਵਾਂ ਲੈਂਦੇ ਆ ਉਸ ਸਮੇਂ ਕਿ ਉਹਨਾਂ ਨੂੰ ਪਤਾ ਲੱਗਦਾ ਇਹਨੂੰ ਥੱਲੇ ਰੱਖੀਏ ਜਾਂ ਹੱਥ ਕੇ ਫੜ ਕੇ ਰੱਖੀਏ। ਤੋ ਇਹ ਚੰਗਾ ਕਿ ਇਹ ਗੱਲਾਂ ਜਿਹੜੀਆਂ ਪਹਿਲਾਂ ਦੱਸੀਆਂ ਜਾਣ। ਪਰ ਮੈਂ ਸ਼ਬਦ ਫਿਰ ਦੁਹਰਾ ਰਿਹਾ ਕਿ ਰਹਿਤ ਮਰਿਆਦਾ ਵਿੱਚ ਇਹਦਾ ਕੋਈ ਜ਼ਿਕਰ ਨਹੀਂ ਕੀਤਾ ਹੋਇਆ ਕਿ ਜ਼ਰੂਰ ਜਿਹੜੀ ਆ ਉਹ ਉਸ ਸਮੇਂ ਲਾੜੇ ਕੋਲ ਜਿਹੜਾ ਵਿਆਹੁੰਦੜ ਬੱਚਾ ਉਹਦੇ ਕੋਲ ਕਿਰਪਾਨ ਜ਼ਰੂਰ ਹੱਥ ਵਿੱਚ ਹੋਵੇ। ਜੀ ਅਗਲਾ ਸਵਾਲ ਸਾਡੇ ਕੋਲ ਇੱਕ ਆਇਆ, ਬੜਾ ਇੰਟਰਸਟਿੰਗ ਸਵਾਲ ਹੈ ਕਿ ਕੀ ਲਾਵਾਂ ਦਾ ਕੋਈ ਵਕਤ ਹੈ? ਕਈ ਕਹਿੰਦੇ ਆ ਜੀ ਬਿਲਕੁਲ ਐਨ ਅੰਮ੍ਰਿਤ ਵੇਲੇ ਹੋ ਜਾਣੀਆਂ ਚਾਹੀਦੀਆਂ, ਕੋਈ ਕਹਿੰਦਾ ਜੀ 12 ਵਜੇ ਤੋਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ। ਇਹ ਜਿਹੜਾ ਇੱਕ ਵਹਿਮ ਹੈ ਸਾਡੇ ਵਿੱਚ, ਜਾਂ ਇਹ ਵਹਿਮ ਹੈ ਜਾਂ ਕੋਈ ਇਹਦਾ ਪਾਰਟਿਕੂਲਰ ਟਾਈਮ ਹੈ ਜਾਂ ਬਾਣੀ ਦਾ ਕੋਈ ਟਾਈਮ ਹੈ, ਇਹ ਇਸ ਦੇ ਬਾਰੇ ਗੱਲ ਕਰੋ ਜੀ, ਇਹ ਬਾਰੇ ਕੁਐਸਚਨ ਹੈ ਸਾਡੇ ਕੋਲ। ਦੇਖੋ ਜਿਹੜੇ ਪੁਰਾਣੇ ਸਮੇਂ ਸੀਗੇ ਉਦੋਂ ਮੌਸੂਦ ਜਿਹੜੀਆਂ ਜਨੇਤਾਂ ਸੀਗੀਆਂ ਉਹ ਰਾਤ ਜਾ ਕੇ ਠਹਿਰਦੀਆਂ ਸੀਗੀਆਂ। ਹਾਂਜੀ, ਰਾਤ ਇੱਕ ਰਾਤ 2 ਰਾਤਾਂ ਠਹਿਰਦੀਆਂ ਸੀਗੀਆਂ। ਤਾਂ ਮੋਸਟਲੀ ਜਿਹੜੇ ਆਨੰਦ ਆ ਉਹ ਅੰਮ੍ਰਿਤ ਵੇਲੇ ਆਸਾ ਕੀ ਬਾਤ ਦਾ ਕੀਰਤਨ ਹੁੰਦਾ ਸੀਗਾ, ਉਦੋਂ ਬਾਅਦ ਜਿਹੜੀਆਂ ਉਹ ਲਾਵਾਂ ਦਿੱਤੀਆਂ ਜਾਂਦੀਆਂ ਸੀਗੀਆਂ। ਸਮੇਂ ਨਾਲ ਕਿਵੇਂ ਤੁਸੀਂ ਵੀ ਸਮਾਂ ਜ਼ਰੂਰ ਦੇਖਿਆ ਹੋਊਗਾ, ਪਰ ਸਮਾਂ ਜਿਹੜਾ ਉਹ ਬੜਾ ਚੇਂਜ ਹੋ ਗਿਆ। ਹੁਣ ਜਿਹੜੀਆਂ ਭਾਵੇਂ ਦੂਰ ਵੀ ਜਿਹੜੇ ਲੋਕ ਰਹਿੰਦੇ ਆ ਉਹ ਜੇਕਰ 5-6 ਘੰਟੇ ਦਾ ਸਫ਼ਰ ਤੈਅ ਕਰਕੇ ਵੀ ਜਾਣ ਤਾਂ ਵੀ ਉਹ ਸ਼ਾਮੀ ਵਾਪਸ ਮੁੜ ਆਉਂਦੇ ਆ। ਹੁਣ ਜਿਹੜੀ ਉਹ ਠਹਿਰਾਓ ਵਾਲੀ ਗੱਲ ਜਿਹੜੀ ਹੈ ਨਹੀਂ। ਦੇਖੋ ਇਹਦੇ ਵਿੱਚ ਜਿਹੜੀ ਗੱਲ ਸੀ, ਹੁਣ ਜਿਹੜਾ ਸਮਾਂ ਬਦਲਣ ਕਰਕੇ ਮੋਸਟਲੀ ਜਿਹੜੇ ਆ ਕੈਮਰਾ ਜੰਜ ਜਿਹੜੀ ਪਹੁੰਚਦੀ 12 ਵਜੇ ਆ, ਤਾਂ ਸੁਭਾਵਕ ਆ ਕਿ ਜਿਹੜਾ ਉਹ ਨਾਸ਼ਤਾ ਪਾਣੀ ਕਰਨ ਉਪਰੰਤ ਜਿਹੜਾ 12-1 ਤੇ ਵੱਜ ਹੀ ਜਾਂਦਾ। ਪਰ ਕਈਆਂ ਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਕਿ ਸ਼ਾਇਦ 12 ਵਜੇ ਤੋਂ ਪਹਿਲਾਂ ਹੀ ਲਾਵਾਂ ਹੋਣੀਆਂ ਜ਼ਰੂਰੀ ਆ। ਸਾਡੇ ਵਿੱਚ ਐਸਾ ਕੋਈ ਵਹਿਮ ਨਹੀਂ, ਪਰ ਇਹਦੇ ਇੱਕ ਪੱਖ ਹੋਰ ਵਿਚਾਰਨ ਵਾਲਾ ਕਿ ਅਸੀਂ ਇਸ ਵਹਿਮ ਤੋਂ ਭਾਵੇਂ ਅਸੀਂ ਮੁਕਤ ਹੋ ਗਏ ਪਰ ਅਸੀਂ ਸਮੇਂ ਦੇ ਪਾਬੰਦ ਨਹੀਂ ਰਹੇ। ਈਵਨ ਇੱਥੇ ਵੀ ਔਰ ਇੰਡੀਆ ਵਿੱਚ ਤਾਂ ਆਮ ਹੀ ਆ ਕਿ ਵਿਆਹ ਦਾ ਸਮਾਂ ਜਿਹੜਾ ਉਹ 10 ਵਜੇ ਦਿੱਤਾ ਹੁੰਦਾ ਤੇ 1-2 ਵਜੇ ਵੱਜ ਜਾਂਦੇ ਆ। ਜਿਹੜੇ ਗੁਰਦੁਆਰਾ ਸਾਹਿਬਾਨ ਵਿੱਚ ਜਿਹੜੇ ਸੰਬੰਧਿਤ ਸੱਜਣ ਹੁੰਦੇ ਆ, ਚਾਹੇ ਉਹ ਰਾਗੀ ਸਾਹਿਬਾਨ ਆ, ਗ੍ਰੰਥੀ ਸਾਹਿਬਾਨ ਆ ਜਾਂ ਹੋਰ ਸੇਵਾਵਾਂ ਨਿਭਾਉਣ ਵਾਲੇ, ਉਹ ਕਈ ਵਾਰ 4-4 5-5 ਘੰਟੇ ਉਹ ਡੀ ਕਰਦੇ ਰਹਿੰਦੇ ਆ। ਸਾਡੇ ਵਿੱਚ ਪਾਬੰਦੀ ਨਹੀਂ ਰਹੀ
ਤੋ ਸ਼ਾਇਦ ਹੋ ਸਕਦਾ ਜਿਨ੍ਹਾਂ ਲੋਕਾਂ ਨੇ ਇਹ ਗੱਲ ਤੋਰੀ ਹੋਵੇ ਉਹਨਾਂ ਦੇ ਦਿਮਾਗ ਵਿੱਚ ਇਹੀ ਹੋਵੇ ਘੱਟੋ ਘੱਟ ਲੋਕੀ ਸਮੇਂ ਦੇ ਪਾਬੰਦ ਰਹਿ ਕੇ ਸਮੇਂ ਸਿਰ ਜਿਹੜੇ ਆ ਉਹ ਕਾਰਜ ਪੂਰਾ ਕਰ ਲੈਣ। ਪਰ ਜਦੋਂ ਇਹਨੂੰ ਵਹਿਮ ਪ੍ਰਸਤੀ ਚ ਲੈ ਲਿਆ ਗਿਆ, ਇੱਕ ਵਹਿਮ ਬਣਾ ਲਿਆ ਗਿਆ, ਤਾਂ ਸਾਡੇ ਵਿੱਚ ਵਹਿਮ ਦਾ ਕੋਈ ਵੀ ਰੂਪ ਜਿਹੜਾ ਉਹ ਪ੍ਰਵਾਨ ਨਹੀਂ ਕੀਤਾ ਗਿਆ। ਤੋ ਕਈ ਸੱਜਣਾਂ ਦਾ ਇਹ ਤਰਕ ਹੁੰਦਾ ਕਿ ਜੀ ਸੂਈ ਰਾਗ ਜਿਹੜਾ ਇਹ 12 ਵਜੇ ਤੋਂ ਪਹਿਲਾਂ ਦਾ ਰਾਗ ਆ, ਪਰ ਜਿਹੜੇ ਬਾਕੀ ਸ਼ਬਦ ਆ ਵਿਆਹ ਹੋਇਆ ਮੇਰਾ ਬਾਵਲਾ ਸ੍ਰੀ ਰਾਗ ਵਿੱਚ ਆ, ਆਨੰਦ ਦਾ ਸ਼ਬਦ ਦਾ ਪਾਠ ਆ ਉਹ ਰਾਮਕਲੀ ਰਾਗ ਵਿੱਚ ਆ, ਜਾਂ ਉਸ ਦਾ ਨਿੰਦਾ ਜਿਹੜਾ ਇਹ ਸ਼ਲੋਕ ਆ ਇਹ ਵੀ ਰਾਮਕਲੀ ਵਿੱਚ ਆ। ਤੋ ਇਸ ਤਰ੍ਹਾਂ ਸਾਡੇ ਵਿੱਚ ਖੈਰ ਜਿਹੜੀ ਇਹੋ ਜਿਹੀ ਭਾਵਨਾ ਹੈ ਹੀ ਨਹੀਂ, ਪਰ ਹਾਂ ਸਾਨੂੰ ਸਮੇਂ ਦਾ ਜ਼ਰੂਰ ਪਾਬੰਦ ਰਹਿਣਾ ਚਾਹੀਦਾ। ਇਹਦਾ ਇਹ ਮਤਲਬ ਨਹੀਂ ਕਿ ਜੇ ਸਾਡੇ ਕੋਈ ਵਹਿਮ ਨਹੀਂ ਤੇ ਅਸੀਂ ਕੋਈ ਸਮੇਂ ਦੀ ਪਾਬੰਦੀ ਕਬੂਲੀਏ ਹੀ ਨਾ। ਠੀਕ। ਤੋ ਸਾਡੇ ਵਿੱਚ ਭਾਵੇਂ ਕਿਸੇ ਤਰ੍ਹਾਂ ਦਾ ਵੀ ਐਸਾ ਸਮੇਂ ਦਾ ਕੋਈ ਵਹਿਮ ਨਹੀਂ ਕਿ ਹੁਣ ਮੁਹੂਰਤ ਨਿਕਲ ਗਿਆ ਤਾਂ ਬਸ ਸਮਾਂ ਸਮਾਪਤ। ਪਰ ਦੂਜੇ ਪਾਸੇ ਸਾਨੂੰ ਪਾਬੰਦ ਰਹਿਣਾ ਵੀ ਜਿਹੜਾ ਉਹ ਸਿੱਖਣ ਦੀ ਜ਼ਰੂਰਤ ਆ, ਤਾਂ ਕਿ ਸਮੇਂ ਸਿਰ ਸਾਰੇ ਜਿਹੜੇ ਕਾਰਜ ਉਹ ਹੋ ਜਾਣ। ਜੀ ਇੱਕ ਅਗਲਾ ਕੁਐਸਚਨ ਸਾਡੇ ਕੋਲ ਆਇਆ ਕਿ ਵਿਆਹ ਬਾਰੇ ਤਾਂ ਅਸੀਂ, ਆਨੰਦ ਬਾਰੇ ਤਾਂ ਅਸੀਂ ਬੜੀਆਂ ਗੱਲਾਂ ਕੀਤੀਆਂ, ਪਰ ਕੀ ਕੋਈ ਸਾਡੇ ਕੋਲ ਗੁਰਬਾਣੀ ਵਿੱਚ ਡਾਈਵੋਰਸ ਬਾਰੇ ਜਿਹੜੇ ਅੱਜ ਕੱਲ੍ਹ ਕਈ ਵਾਰੀ ਜ਼ਿਆਦਾ ਪ੍ਰਚਲਿਤ ਹੋ ਗਏ ਹੈ, ਥੋੜ੍ਹਾ ਜਿਹਾ ਹੋ ਗਿਆ, ਕੋਈ ਗੁਰਬਾਣੀ 'ਚ ਇੱਦਾਂ ਦਾ ਵੀ ਕੋਈ ਪ੍ਰੋਵੀਜ਼ਨ ਹੈ ਕਿ ਅਸੀਂ ਡਾਈਵੋਰਸ ਹੋ ਸਕਦਾ? ਨਹੀਂ, ਗੁਰਬਾਣੀ ਦੀ ਗੱਲ ਤਾਂ ਇੱਕ ਪਾਸੇ ਰਹੀ, ਰਹਿਤ ਮਰਿਆਦਾ ਵਿੱਚ ਵੀ ਤਲਾਕ ਸ਼ਬਦ ਹੈ ਹੀ ਨਹੀਂ। ਉਹ ਤਾਂ ਗੁਰਬਾਣੀ ਤਾਂ ਖੈਰ ਹੈ ਹੀ ਨਹੀਂ ਨਾ। ਸਾਡੀ ਕਿਸੇ ਵੀ ਲਿਖਤ ਵਿੱਚ ਅਜੇ ਤੱਕ, ਚਾਹੇ ਉਹ ਰਹਿਤਨਾਮੇ ਆ ਬਾਅਦ ਰਹਿਤ ਮਰਿਆਦਾ ਬਣੀ ਆ, ਸਾਡੇ ਵਿੱਚ ਤਲਾਕ ਸ਼ਬਦ ਹੈ ਹੀ ਨਹੀਂ। ਗੁਰਬਾਣੀ ਵਿੱਚ ਇਸ ਲਈ ਇਹਨੂੰ ਆਨੰਦ ਆਖਿਆ, ਇਹ ਰੂਹਾਨੀਅਤ ਦਾ ਰਿਸ਼ਤਾ, ਇਹਦੇ ਵਿੱਚ ਜਿਹੜੀ ਆ ਤਲਾਕ ਦੀ ਕੋਈ ਸੰਭਾਵਨਾ ਜਿਹੜੀ ਉਹ ਰੱਖੀ ਨਹੀਂ ਗਈ। ਬਾਕੀ ਜਿਹੜਾ ਕੋਈ ਤਲਾਕ ਹੋ ਰਿਹਾ, ਔਰ ਦੇਖੋ ਤੁਸੀਂ ਜਦੋਂ ਪਹਿਲਾਂ ਤੁਸੀਂ ਗੂਗਲ ਕਰਕੇ ਦੇਖੋਗੇ ਕਿ ਕਿਸ ਕਮਿਊਨਿਟੀ ਵਿੱਚ ਵੱਧ ਤਲਾਕ ਹੁੰਦੇ ਆ ਔਰ ਕਿਹਦੇ ਵਿੱਚ ਘੱਟ ਹੁੰਦੇ ਆ, ਤਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਸਾਨੂੰ ਮਿਲਦਾ ਸੀ ਕਿ ਜੈਨਿਜ਼ਮ ਤੇ ਸਿੱਖੀਜ਼ਮ ਜਿਹੜਾ ਇਹਨਾਂ ਵਿੱਚ ਬਹੁਤ ਘੱਟ ਤਲਾਕ ਹੁੰਦੇ ਆ। ਪਰ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਤੋੜ ਵਿਛੋੜ ਜਿਹੜੇ ਆ, ਭਾਵੇਂ ਤਲਾਕ ਨਹੀਂ ਹੁੰਦਾ, ਉਹਨਾਂ ਵਿੱਚ ਸਿੱਖਾਂ ਦੀ ਗਿਣਤੀ ਆ, ਸਿੱਖ ਮੋਹਰੇ ਆ। ਤੋ ਧਾਰਮਿਕ ਤੌਰ ਤੇ ਭਾਵੇਂ ਸਾਡੇ ਵਿੱਚ ਐਸਾ ਕੋਈ ਐਸਾ ਸਾਨੂੰ ਲਿਖਤ ਨਹੀਂ ਮਿਲਦੀ, ਕੋਈ ਐਸਾ ਵਿਸਤਾਰ ਨਹੀਂ ਮਿਲਦਾ ਕਿ ਭਾਈ ਤੁਸੀਂ ਇਹ ਜਿਹੜਾ ਇਸ ਸਮੇਂ ਤਲਾਕ ਕਰ ਸਕਦੇ ਹੋ, ਜਾਂ ਕੇਵਲ ਪਤੀ ਹੀ ਦੇ ਸਕਦਾ ਜਾਂ ਪਤਨੀ ਹੀ ਦੇ ਸਕਦੀ ਆ। ਕਿਉਂਕਿ ਸਾਡੇ ਵਿੱਚ ਜਿਹੜਾ ਇਹ ਸਮਾਜਿਕ ਰਿਸ਼ਤਾ ਨਹੀਂ, ਇਹਦੀ ਜਿਹੜੀ ਨਹੀਂ ਆ, ਇਹ ਰੂਹਾਨੀਅਤ ਰਿਸ਼ਤੇ ਦੇ ਆ। ਇਸ ਲਈ ਤੁਸੀਂ ਦੇਖੋਗੇ ਕਿ ਸਾਡੇ ਵਿੱਚੋਂ ਕਿ ਜਿਹੜਾ ਇਹ ਰਿਸ਼ਤਾ ਇਹ ਕੇਵਲ ਦੋ ਸਰੀਰਾਂ ਦਾ ਮੇਲ ਨਹੀਂ ਮੰਨਿਆ ਗਿਆ। ਇਹਦੇ ਵਿੱਚ ਇਸੇ ਲਈ ਜੇਕਰ ਸੰਤਾਨ ਪੈਦਾ ਨਾ ਵੀ ਹੋਵੇ ਤਾਂ ਵੀ ਉਥੇ ਤੋੜ ਵਿਛੋੜੇ ਦੀ ਗੱਲ ਪ੍ਰਵਾਨ ਨਹੀਂ ਕੀਤੀ ਗਈ, ਕਿਉਂਕਿ ਇਹਦਾ ਆਧਾਰ ਹੀ ਜਿਹੜਾ ਉਹ ਇਹ ਨਹੀਂ ਕਿ ਸੰਤਾਨ ਦੀ ਉਤਪਤੀ ਜ਼ਰੂਰੀ ਆ ਜਾਂ ਕੇਵਲ ਜਿਹੜੀ ਸਰੀਰਕ ਵਾਸ਼ਨਾਵਾਂ ਇੱਛਾ ਉਹਦੀ ਪੂਰਤੀ ਆ। ਤੋ ਇਸ ਲਈ ਜਦ ਡਿਵੋਰਸ ਦੇ ਮੁੱਖ ਕਾਰਨ ਜਿਹੜੇ ਆ ਇਹ ਗੱਲਾਂ ਹੀ ਬਣ ਜਾਂਦੀਆਂ। ਤੋ ਜਦ ਰੂਹਾਨੀਅਤ ਜਿਹੜੀ ਆ ਵਿੱਚ ਆ ਜਾਂਦੀ ਆ, ਤਾਂ ਰੂਹਾਨੀਅਤ ਦੇ ਵਿੱਚ ਇਹਨਾਂ ਤੋੜ ਵਿਛੋੜੇ ਦੀ ਗੱਲ ਜਿਹੜੀ ਆ ਉਹ ਕਿਸੇ ਵੀ ਰੂਪ ਵਿੱਚ ਪ੍ਰਵਾਨ ਨਹੀਂ ਕੀਤੀ ਗਈ। ਪਰ ਪ੍ਰੋਬਲਮ ਇਹ ਆ ਕਿ ਅਸੀਂ ਜਿਸ ਤਰ੍ਹਾਂ ਹੋਰ ਬਹੁਤ ਸਾਰੀਆਂ ਆਪਣੀਆਂ ਕਦਰੋ ਕੀਮਤਾਂ ਤੋਂ ਮੂੰਹ ਮੋੜੀ ਬੈਠੇ ਆ, ਇਸੇ ਤਰ੍ਹਾਂ ਆਨੰਦ ਵਰਗਾ ਜਿਹੜਾ ਰੂਹਾਨੀ ਰਿਸ਼ਤਾ ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਸੀਂ ਇੱਕ ਦੂਜੇ ਨਾਲ ਪ੍ਰਣ ਕੀਤਾ ਹੁੰਦਾ, ਗੁਰੂ ਦੀ ਅਸੀਂ ਜਿਹੜੀ ਆ ਉਹ ਗਵਾਹੀ ਪਾਈ ਹੁੰਦੀ, ਸੰਗਤਾਂ ਵੀ ਉਸ ਸਮੇਂ ਜਿਹੜੀਆਂ ਗਵਾਹ ਦੇ ਰੂਪ ਵਿੱਚ ਬੈਠੀਆਂ ਹੁੰਦੀਆਂ, ਪਰ ਇਹ ਸਭ ਕੁਝ ਦੇ ਬਾਵਜੂਦ ਵੀ ਅਸੀਂ ਛੋਟੀਆਂ ਨਿਗੁਣੀਆਂ ਗੱਲਾਂ ਨੂੰ ਲੈ ਕੇ ਅਸੀਂ ਦੂਰੀਆਂ ਵਧਾ ਲੈਂਦੇ ਆ। ਪਰ ਚੰਗਾ ਹੋਵੇ ਕਿ ਸਾਡੇ ਵਿੱਚ ਕਈ ਥਾਂ ਐਸਾ ਸਿਸਟਮ ਹੈ ਕਿ ਗੁਰਦੁਆਰਾ ਸਾਹਿਬਾਨ ਵਿੱਚ ਜਾਂ ਵੱਖਰੇ ਤੌਰ ਤੇ ਅਜਿਹੀਆਂ ਸੁਸਾਇਟੀਆਂ ਬਣੀਆਂ ਹੋਣ ਕਿ ਜਿਹੜੀਆਂ ਜਿੱਥੇ ਕੋਈ ਤੋੜ ਵਿਛੋੜ ਦੀ ਗੱਲ ਆਉਂਦੀ ਆ, ਮਤਭੇਦ ਪੈਦਾ ਹੁੰਦੇ ਆ, ਤਾਂ ਉਹਨਾਂ ਨੂੰ ਜਾ ਕੇ ਗੱਲਬਾਤ ਕੀਤੀ ਜਾਏ। ਸਾਡੇ ਆਪਣੇ ਇੱਕ ਪ੍ਰੋਫੈਸਰ ਆ, ਇੰਗਲੈਂਡ ਰਹਿ ਰਹੇ ਇਸ ਵੇਲੇ, ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ। ਉਹ ਕਹਿੰਦੇ ਜਦੋਂ ਮੈਂ ਡਿਊਟੀ ਕਰਦਾ ਸੀ ਬਕਾਇਦਾ ਇੱਕ ਇਹੋ ਜਿਹੀ ਕਮੇਟੀ ਬਣੀ ਹੋਈ ਸੀ, ਔਰ ਜਦੋਂ ਸਾਡੇ ਕੋਲ ਕੋਈ ਐਸਾ ਕੇਸ ਆਉਂਦਾ ਸੀ ਤਾਂ ਅਸੀਂ ਕੁਝ ਸੱਜਣ ਉਹਨਾਂ ਪਾਸ ਜਾਂਦੇ ਸੀ, ਔਰ 10 ਵਿੱਚੋਂ 8 ਕੇਸ ਜਿਹੜੇ ਆ ਉਹ ਸਾਲਵ ਹੋ ਜਾਂਦੇ ਸੀ। ਛੋਟੀਆਂ ਗੱਲਾਂ ਹੁੰਦੀਆਂ ਸੀ, ਸਧਾਰਨ ਗੱਲਾਂ ਹੁੰਦੀਆਂ ਸੀ। ਤੋ ਚੰਗਾ ਹੋਵੇ ਕਿ ਜੇਕਰ ਗੁਰਦੁਆਰਾ ਸਾਹਿਬਾਨ ਸਾਰੇ ਮਿਲ ਕੇ ਐਸਾ ਉਦਮ ਕਰਕੇ ਸਾਂਝੀ ਕਮੇਟੀ ਬਣਾ ਲੈਣ
ਕਿ ਜਿੱਥੇ ਕਿਤੇ ਐਸੀ ਪ੍ਰੋਬਲਮ ਆਉਂਦੀ ਆ ਉਹਨਾਂ ਨਾਲ ਸੰਪਰਕ ਕਰਨ, ਤਾਂ ਉਹ ਉਹਨਾਂ ਨੂੰ ਜਾ ਕੇ ਸਮਝਾਉਣ, ਗੱਲਬਾਤ ਕਰਨ, ਔਰ ਬਹੁਤ ਸਾਰੀਆਂ ਸਾਡੀ ਗੱਲਾਂ ਗਲਤਫਹਿਮੀਆਂ ਜਿਹੜਾ ਦੂਰ ਹੋ ਜਾਣ। ਧਾਰਮਿਕ ਤੌਰ ਤੇ ਸਾਡੇ ਵਿੱਚ ਇਸ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ ਕਿ ਜਿਸ ਤਰ੍ਹਾਂ ਦੂਜੇ ਕੋਈ ਧਰਮਾਂ ਵਿੱਚ ਹੈਗੇ, ਜਿਵੇਂ ਇਸਲਾਮ ਹੈਗਾ, ਪਰ ਸਾਡੇ ਵਿੱਚ ਐਸਾ ਕੋਈ ਨਹੀਂ, ਗੁਰਬਾਣੀ ਵੀ ਤੱਕ ਹੈ ਹੀ ਨਹੀਂ। ਈਵਨ ਸਾਡੇ ਰਹਿਤਨਾਮਿਆਂ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਕਿ ਅਸੀਂ ਇਸ ਕੰਡੀਸ਼ਨ ਤੇ ਅਸੀਂ ਤਲਾਕ ਲੈ ਲੈਣਾ ਜਾਂ ਲੈਣਾ ਚਾਹੀਦਾ, ਜਾਂ ਉਹਦੀ ਆ ਵਿਧੀ ਆ। ਹੋ ਸਕਦਾ ਆਉਣ ਵਾਲੇ ਸਮੇਂ ਜਿਹੋ ਜਿਹੇ ਹਾਲਾਤ ਬਣ ਰਹੇ ਆ, ਇਹਨੂੰ ਧਿਆਨ ਵੀ ਰੱਖ ਕੇ ਕੌਮ ਜਿਹੜੀ ਆ ਕੋਈ ਧਿਆਨ ਦੇ ਕੇ ਐਸਾ ਕੋਈ ਵਿਧੀ ਵਿਧਾਨ ਬਣਾ ਲਵੇ, ਪਰ ਅਜੇ ਤੱਕ ਐਸਾ ਕੋਈ ਵਿਧੀ ਵਿਧਾਨ ਸਾਡੇ ਵਿੱਚ ਨਹੀਂ। ਠੀਕ ਹੈ। ਹੁਣ ਅਗਲਾ ਇੱਕ ਕੁਐਸਚਨ ਹੈ, ਥੋੜਾ ਜਿਹਾ ਉਹਦਾ ਰਿਲੇਸ਼ਨ ਸੀ ਵੈਸਟਰਨ ਕੰਟਰੀਜ਼ ਨਾਲ ਵੀ ਹੈਗਾ ਜੀ। ਉਹਦੇ ਵਿੱਚ ਇਹ ਹੈ ਕਿ ਕਈ ਵਾਰੀ ਹੁਣ ਅੱਜ ਕੱਲ੍ਹ ਕਿਉਂਕਿ ਸਾਰੀ ਦੁਨੀਆ ਵਿੱਚ ਮੈਰਿਜ ਸਰਟੀਫਿਕੇਟ ਇੱਕ ਲੀਗਲ ਡਾਕੂਮੈਂਟ ਵੀ ਬਣ ਗਿਆ ਜੀ। ਸੋ ਇੰਡੀਆ ਵਿੱਚ ਤਾਂ ਸਾਨੂੰ ਪਤਾ ਕਿ ਉਹ ਪਹਿਲੇ ਮੈਰਿਜ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਉਹ ਸਰਟੀਫਿਕੇਟ ਜਿਹੜਾ ਗੁਰਦੁਆਰੇ ਤੋਂ ਲੈ ਕੇ ਤਾਂ ਉਹਦਾ ਲੀਗਲ ਸਰਟੀਫਿਕੇਟ ਬਣਾਇਆ ਜਾਂਦਾ। ਪਰ ਇੱਥੇ ਕਈ ਵਾਰੀ ਕਿਉਂਕਿ ਕੋਰਟ ਮੈਰਿਜ ਪਹਿਲਾਂ ਵੀ ਕਰਕੇ ਆ ਸਕਦੇ ਆ, ਉਸ ਤੋਂ ਬਾਅਦ ਆਨੰਦ ਕਾਰਜ ਹੁੰਦਾ। ਸੋ ਜੇ ਕਿਸੇ ਨੇ ਮੈਰਿਜ ਪਹਿਲਾਂ ਕਰ ਲਈ ਹੈ, ਕੋਰਟ ਵਿੱਚ ਕਰਕੇ ਉਹਦਾ ਸਰਟੀਫਿਕੇਟ ਲਾਇਆ ਆ, ਤਾਂ ਉਹਨੂੰ ਆਨੰਦ ਕਰਨ ਤੋਂ ਕੋਈ ਰਿਸਟ੍ਰਿਕਸ਼ਨ ਤਾਂ ਨਹੀਂ ਹੈਗੀ? ਨਹੀਂ, ਦੇਖੋ ਪਹਿਲੀ ਗੱਲ ਇਹ ਕਿ ਇਹਨਾਂ ਕੰਟਰੀਆਂ ਵਿੱਚ ਈਵਨ ਗੁਰਦੁਆਰਾ ਸਾਹਿਬ ਵਿੱਚ ਆਨੰਦ ਹੋ ਵੀ ਜਾਵੇ ਤਾਂ ਉਹ ਲੀਗਲੀ ਜਿਹੜਾ ਉਹ ਡਾਕੂਮੈਂਟ ਨਹੀਂ ਮੰਨਿਆ ਜਾਂਦਾ। ਇੰਡੀਆ ਵਿੱਚ ਜਿਹੜਾ ਹੈਗਾ ਉਹ ਗੁਰਦੁਆਰਾ ਸਾਹਿਬ ਜਦੋਂ ਆਨੰਦ ਹੁੰਦਾ ਤਾਂ ਲਿਖ ਕੇ ਦੇ ਦਿੰਦੇ ਆ ਵੀ ਇਹ ਫਲਾਣੇ ਬੱਚਿਆਂ ਦਾ ਫਲਾਣੀ ਤਰੀਕ ਨੂੰ ਜਿਹੜਾ ਇਸ ਗੁਰਦੁਆਰਾ ਸਾਹਿਬ ਵਿੱਚ ਆਨੰਦ ਹੋਇਆ। ਪਰ ਇਹਨਾਂ ਕੰਟਰੀਆਂ ਵਿੱਚ ਨਹੀਂ। ਇੱਥੇ ਹਰ ਜੇ ਉਹਨਾਂ ਲੀਗਲੀ ਇਹ ਸ਼ੋਅ ਕਰਨਾ ਕਿ ਅਸੀਂ ਪਤੀ ਪਤਨੀ ਆ, ਤਾਂ ਉਹਨਾਂ ਨੂੰ ਪਹਿਲਾਂ ਸਰਟੀਫਿਕੇਟ ਲਈ ਉਹਨਾਂ ਨੂੰ ਅਪਲਾਈ ਕਰਨਾ ਪੈਂਦਾ, ਸਰਟੀਫਿਕੇਟ ਲਿਆਉਣਾ ਪੈਂਦਾ। ਉਹ ਫਿਰ ਅਗਲੀ ਗੱਲ ਸਟੈਪ ਹੁੰਦਾ ਕਿ ਉਹਨਾਂ ਨੇ ਇਹ ਧਾਰਮਿਕ ਸੈਰੇਮਨੀ ਕਰਾਈ ਆ ਜਾਂ ਉਹਨਾਂ ਸਿਵਲ ਜਿਹੜੀ ਆ ਕੋਰਟ ਮੈਰਿਜ ਕਰਾਉਣੀ ਆ। ਅਸੀਂ ਵਿਆਹ ਕਰ ਸਕਦੇ, ਆਨੰਦ ਹੋ ਸਕਦਾ, ਪਰ ਅਸੀਂ ਉਹਨਾਂ ਨੂੰ ਸਰਟੀਫਿਕੇਟ ਨਹੀਂ ਦੇ ਸਕਦੇ ਕਿ ਹਾਂ ਜੀ ਅੱਜ ਤੋਂ ਅਸੀਂ ਐਲਾਨ ਕਰ ਰਹੇ ਹਾਂ ਕਿ ਇਹ ਪਤੀ ਪਤਨੀ ਆ। ਉਹ ਜਿਹੜਾ ਉਹਨਾਂ ਨੂੰ ਲੀਗਲੀ ਤੌਰ ਤੇ ਸਰਟੀਫਿਕੇਟ ਲਿਆਉਣਾ ਪੈਂਦਾ। ਅਸੀਂ ਉਹਦਾ ਜ਼ਰੂਰ ਭਰਦੇ ਹਾਂ ਵੀ ਹਾਂ ਜਿਹੜੇ ਇਹ ਬੱਚੀ ਆ, ਇਹ ਵਰਖੁਰਦਾਰ ਆ, ਇਹਨਾਂ ਦਾ ਫਲਾਣੀ ਤਰੀਕ ਨੂੰ ਇਸ ਥਾਂ ਤੇ ਜਿਹੜਾ ਉਹ ਆਨੰਦ ਹੋਇਆ। ਅਸੀਂ ਕੇਵਲ ਇੱਕ ਗਵਾਹ ਦੇ ਰੂਪ ਵਿੱਚ ਸਮਝ ਲਓ ਉਹਦੇ ਤੇ ਸਾਈਨ ਕਰਕੇ ਉਹ ਫਾਰਮ ਭਰ ਕੇ ਭੇਜਦੇ ਆ, ਫਿਰ ਉਹਨਾਂ ਨੂੰ ਜਿਹੜਾ ਵਿਆਹ ਦਾ ਸਰਟੀਫਿਕੇਟ ਇਸ਼ੂ ਹੁੰਦਾ। ਪਰ ਗੁਰਦੁਆਰੇ ਵਿੱਚ ਜਿਹੜਾ ਅਸੀਂ ਉਹਨਾਂ ਦਾ ਆਨੰਦ ਜਿਹੜਾ ਉਹ ਭਾਵੇਂ ਨਾ ਲਿਆਉਣ, ਅਸੀਂ ਆਨੰਦ ਕਰਾ ਸਕਦੇ ਹਾਂ, ਪਰ ਅਸੀਂ ਉਹਨਾਂ ਨੂੰ ਸਰਟੀਫਿਕੇਟ ਨਹੀਂ ਦੇ ਸਕਦੇ। ਇਸ ਲਈ ਜਿਹੜੇ ਕਈ ਹੈਗੇ ਆ ਕਿ ਉਹ ਕੋਰਟ ਮੈਰਿਜ ਕਰਾ ਲੈਂਦੇ ਆ ਕਈ ਕਾਰਨ ਆ, ਪਰ ਉਹ ਫਿਰ ਜਾ ਕੇ ਗੁਰਦੁਆਰਾ ਸਾਹਿਬ ਆਉਂਦੇ ਆ। ਤੇ ਅਸੀਂ ਕੋਈ ਕੰਡੀਸ਼ਨ ਨਹੀਂ ਗੀ ਕਿ ਵੀ ਤੁਸੀਂ ਪਹਿਲਾਂ ਕੋਰਟ ਮੈਰਿਜ ਕਰਾ ਲਈ ਆ, ਹੁਣ ਤੁਸੀਂ ਆ ਕੇ ਇੱਥੇ ਲਾਵਾਂ ਨਹੀਂ ਕਰਾ ਸਕਦੇ। ਅਜੇ ਤੱਕ ਸਾਡੇ ਵਿੱਚ ਇਸ ਤਰ੍ਹਾਂ ਦੀ ਕੋਈ ਸ਼ਰਤ ਜਿਹੜੀ ਆ ਉਹ ਨਹੀਂ ਰੱਖੀ ਜਾਂਦੀ। ਜੀ ਠੀਕ ਹੈ। ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸੰਕੋਚਦੇ ਹਾਂ। ਜੇ ਕਿਸੇ ਸੱਜਣ ਨੂੰ ਕੋਈ ਕੁਐਸਚਨ ਹੋਣ ਸਾਡੇ ਕਮੈਂਟ ਬਾਕਸ ਵਿੱਚ ਪਾ ਸਕਦੇ ਆ, ਅਸੀਂ ਤੁਹਾਡੇ ਕੁਐਸਚਨਾਂ ਦੇ ਕੋਸ਼ਿਸ਼ ਕਰਾਂਗੇ ਆਨਸਰ ਕਰਨ ਦੀ। ਸੋ ਅਸੀਂ ਅਗਲੀ ਵਾਰੀ 'ਚ ਬੇਸਿਕਲੀ ਹੋਰ ਕੁਐਸਚਨਸ ਕਈ ਅਜੇ ਆਨੰਦ ਦੇ ਉੱਤੇ ਹੀ ਸਾਡੇ ਕੋਲ ਹੈਗੇ ਆ, ਅਸੀਂ ਉਹਨਾਂ ਨੂੰ ਕੰਟੀਨਿਊ ਕਰਾਂਗੇ। ਸੋ ਜੇ ਤੁਹਾਨੂੰ ਸਾਡੀ ਇਹ ਕੰਮ ਚੰਗਾ ਲੱਗਦਾ, ਇਸ ਵੀਡੀਓ ਨੂੰ ਪਲੀਜ਼ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਕਰੋ, ਤਾਂ ਕਿ ਵੱਧ ਤੋਂ ਵੱਧ ਅਸੀਂ ਇਹਦਾ ਲਾਹਾ ਉਠਾ ਸਕੀਏ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।